इस वीडियो में देख रहे सारे दर्शकों ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਵਿੱਚ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਬਾਰੇ ਪੜਾਂਗੇ ਤੇ ਇਸ ਵਿੱਚ ਦੇਖਾਂਗੇ ਕਿ ਸੌਫਟਵੇਅਰ ਇੰਜੀਨੀਅਰਿੰਗ ਦੇ ਕੀ ਰੋਲ ਹੁੰਦੇ ਨੇ, ਕਿੰਨੇ ਤਰ੍ਹਾਂ ਦੇ ਸਿਸਟਮ ਹੁੰਦੇ ਨੇ। ਤੇ ਆਪਾਂ ਸ਼ੁਰੂ ਕਰਦੇ ਹਾਂ। ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਸੌਫਟਵੇਅਰ ਕੀ ਹੁੰਦਾ ਹੈ। ਸੌਫਟਵੇਅਰ ਇੱਕ ਪ੍ਰੋਗਰਾਮ ਜਾਂ ਸੈੱਟ ਆਫ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਇੰਸਟਰਕਸ਼ਨ ਹੁੰਦੀਆਂ ਨੇ ਤੇ ਉਹ ਇੰਸਟਰਕਸ਼ਨ ਆਪਾਂ ਨੂੰ ਡਿਜ਼ਾਇਰਡ ਫੈਸਿਲਿਟੀਜ਼ ਪ੍ਰੋਵਾਈਡ ਕਰਦੀਆਂ ਨੇ। ਠੀਕ ਹੈ। ਸੌਫਟਵੇਅਰ ਜੋ ਆਪਾਂ ਇੰਸਟਰਕਸ਼ਨ ਹੁੰਦੀ ਹੈ, ਜੋ ਵੀ ਉਸ ਵਿੱਚ ਲਿਖਿਆ ਹੁੰਦਾ ਹੈ, ਉਹਨਾਂ ਨੂੰ ਐਗਜ਼ੀਕਿਊਟ ਕਰਨ ਦਾ ਜੋ ਵੀ ਆਊਟਪੁੱਟ ਹੁੰਦੀ ਹੈ ਉਹਨਾਂ ਨੂੰ ਆਪਾਂ ਇੱਕ ਸੌਫਟਵੇਅਰ ਬੋਲਦੇ ਹਾਂ। ਅਤੇ ਇੰਜੀਨੀਅਰਿੰਗ ਇੱਕ ਪ੍ਰੋਸੈਸ ਹੁੰਦੀ ਹੈ ਜਿਹਦੇ ਨਾਲ ਆਪਾਂ ਡਿਜ਼ਾਈਨ ਅਤੇ ਬਿਲਡ ਕਰਦੇ ਹਾਂ। ਕੁਛ ਪਰਟੀਕੂਲਰ ਪਰਪਜ਼ ਆਪਾਂ ਨੇ ਓਬਜੈਕਟਿਵ ਓਬਟੇਨ ਕਰਨਾ ਹੁੰਦਾ ਹੈ ਅਤੇ ਇੱਕ ਕੋਸਟ ਇਫੈਕਟਿਵ ਸੋਲਿਊਸ਼ਨ ਪ੍ਰੋਵਾਈਡ ਕਰਨਾ ਹੁੰਦਾ ਹੈ। ਅਤੇ ਇਹ ਆਪਣੇ ਸੌਫਟਵੇਅਰ ਇੰਜੀਨੀਅਰਿੰਗ ਦੀ ਇੱਕ ਡੈਫੀਨੇਸ਼ਨ ਹੈ ਕਿ ਸੌਫਟਵੇਅਰ ਕੀ ਹੁੰਦਾ ਹੈ ਅਤੇ ਇੰਜੀਨੀਅਰਿੰਗ ਕੀ ਹੁੰਦੀ ਹੈ। ਹੁਣ ਆਪਾਂ ਪੜ੍ਹਦੇ ਹਾਂ ਕਿ ਉਸ ਦੇ ਰੋਲ ਕੀ ਹੁੰਦੇ ਨੇ। ਸੌਫਟਵੇਅਰ ਇੰਜੀਨੀਅਰਿੰਗ ਆਪਾਂ ਨੂੰ ਡਿਲੀਵਰ ਕਰਦੀ ਹੈ ਕੰਪਿਊਟਿੰਗ ਪੋਟੈਂਸ਼ੀਅਲ ਅਕਰੋਸ ਦਾ ਨੈਟਵਰਕ ਆਫ ਹਾਰਡਵੇਅਰ, ਕਿ ਆਪਾਂ ਨੇ ਨੈਟਵਰਕ ਜੋ ਹਾਰਡਵੇਅਰ ਦਾ ਨੈਟਵਰਕ ਹੈ ਉਹਨਾਂ ਨੂੰ ਕਿਵੇਂ ਕੰਪਿਊਟ ਕਰਨਾ ਹੈ, ਸਾਰੇ ਇੱਕ ਦੂਸਰੇ ਨਾਲ ਕਿਵੇਂ ਕਨੈਕਟ ਹੋਣਗੇ। ਅਤੇ ਇਹ ਅਨੇਬਲ ਕਰਦੀ ਹੈ ਹਾਰਡਵੇਅਰ ਨੂੰ ਕਿ ਐਕਸਪੈਕਟਡ ਫੰਕਸ਼ਨੈਲਿਟੀ ਡਿਲੀਵਰ ਕਰ ਸਕੇ ਆਪਾਂ ਨੂੰ। ਅਤੇ ਦੂਸਰਾ ਇਹਦਾ ਰੋਲ ਹੈਗਾ ਕਿ ਇਹ ਐਕਟ ਐਜ਼ ਅ ਇਨਫੋਰਮੇਸ਼ਨ ਟਰਾਂਸਫਰ ਬਿਕੋਜ਼ ਇਟ ਪ੍ਰੋਡਿਊਸ ਮੈਨੇਜ ਐਕਵਾਇਰ ਮੋਡੀਫਾਈਡ ਡਿਸਪਲੇ ਔਰ ਟਰਾਂਸਮਿਟ ਇਨਫੋਰਮੇਸ਼ਨ, ਕਿ ਆਪਾਂ ਨੂੰ ਇਨਫੋਰਮੇਸ਼ਨ ਟਰਾਂਸਮਿਟ ਕਰ ਸਕੇ, ਉਹਨੂੰ ਕਿਵੇਂ ਪ੍ਰੋਡਿਊਸ ਕਰਨਾ, ਮੈਨੇਜ ਕਰਦੀ ਹੈ, ਮੋਡੀਫਾਈਜ਼ ਕਰਦੀ ਹੈ। ਇਹ ਸਾਰੇ ਸੌਫਟਵੇਅਰ ਇੰਜੀਨੀਅਰਿੰਗ ਦੇ ਰੋਲ ਨੇ। ਅਤੇ ਚੌਥਾ ਆਪਣਾ ਰੋਲ ਹੈ ਸਿਸਟਮ ਫੰਕਸ਼ਨੈਲਿਟੀ ਪ੍ਰੋਵਾਈਡ ਕਰਦੀ ਹੈ ਆਪਾਂ ਨੂੰ, ਜਿਵੇਂ ਪੇਰੋਲ ਸਿਸਟਮ ਹੁੰਦਾ ਉਹਦੀ ਫੰਕਸ਼ਨੈਲਿਟੀ ਪ੍ਰੋਵਾਈਡ ਕਰਦੀ ਹੈ। ਅਦਰ ਸੌਫਟਵੇਅਰਸ ਨੂੰ ਇਸ ਦੇ ਨਾਲ ਆਪਾਂ ਕੰਟਰੋਲ ਕਰ ਸਕਦੇ ਹਾਂ, ਜਿਵੇਂ ਆਪਰੇਟਿੰਗ ਸਿਸਟਮ ਹੈ ਉਸ ਦੇ ਥਰੂ ਆਪਾਂ ਦੂਸਰੇ ਸੌਫਟਵੇਅਰ ਚਲਾਉਂਦੇ ਹਾਂ। ਇਸ ਨਾਲ ਆਪਾਂ ਕਹਿੰਦੇ ਕਿ ਅਦਰ ਸੌਫਟਵੇਅਰ ਆਪਾਂ ਕੰਟਰੋਲ ਕਰ ਸਕਦੇ ਹਾਂ, ਦੂਸਰੇ ਸੌਫਟਵੇਅਰ ਬਣਾ ਵੀ ਸਕਦੇ ਹਾਂ। ਜਿਵੇਂ ਸੌਫਟਵੇਅਰ ਯੂਟੀਲਿਟੀਜ਼ ਹੁੰਦੀਆਂ ਨੇ, ਸੌਫਟਵੇਅਰ ਟੂਲਸ ਹੁੰਦੇ ਨੇ, ਉਹ ਸਾਰੇ ਸੌਫਟਵੇਅਰ ਆਪਾਂ ਬਣਾ ਸਕਦੇ ਹਾਂ ਸੌਫਟਵੇਅਰ ਇੰਜੀਨੀਅਰਿੰਗ ਨੂੰ ਯੂਜ਼ ਕਰਕੇ। ਹੁਣ ਇਸ ਦੇ ਵਿੱਚ ਸਿਸਟਮਸ ਆ ਜਾਂਦੇ ਨੇ ਕਿ ਸਿਸਟਮ ਕੀ ਹੁੰਦਾ। ਸਿਸਟਮ ਜਿਵੇਂ ਆਪਾਂ ਹਰ ਇੱਕ ਚੀਜ਼ ਦੀ ਗੱਲ ਹੈ ਕਿ ਇਹ ਸਿਸਟਮ ਹੈ। ਸਿਸਟਮ ਕੀ ਹੁੰਦਾ ਕਿ ਔਰਡਰਲੀ ਗਰੁੱਪਿੰਗ ਆਫ ਇੰਟਰਡਿਪੈਂਡੈਂਟ ਕੰਪੋਨੈਂਟ, ਕਿ ਅਲੱਗ-ਅਲੱਗ ਜਿਹੜੇ ਕੰਪੋਨੈਂਟ ਹੈ ਉਹਨਾਂ ਨੂੰ ਔਰਡਰਲੀ ਆਪਾਂ ਨੇ ਗਰੁੱਪ ਕਰਨਾ ਅਤੇ ਇਹਨਾਂ ਨੂੰ ਲਿੰਕ ਕਰਨਾ ਇਕੱਠੇ, ਅਤੇ ਅਕੋਰਡਿੰਗ ਟੂ ਪਲਾਨ ਅਚੀਵ ਅ ਸਪੈਸੀਫਿਕ ਗੋਲ, ਕਿ ਇਹ ਇੱਕ ਸਪੈਸੀਫਿਕ ਗੋਲ ਨੂੰ ਅਚੀਵ ਕਰਨਗੇ। ਅਤੇ ਜਦੋਂ ਆਪਾਂ ਸਿਸਟਮ ਬਣਾਉਂਦੇ ਹਾਂ ਇਸ ਦੇ ਵਿੱਚ ਕੀ ਕੀ ਕੰਸਟਰੇਂਟ ਹੁੰਦੇ ਨੇ। ਕੰਸਟਰੇਂਟਸ ਮਤਲਬ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਕਿ ਜਿਨ੍ਹਾਂ ਦੇ ਨਾਲ ਇਹ ਸਿਸਟਮ ਇੱਕ ਪ੍ਰੋਪਰ ਬਣ ਸਕੇ। ਕਿ ਇੱਕ ਸਿਸਟਮ ਦੇ ਵਿੱਚ ਉਹਦੀ ਸਟਰਕਚਰ, ਉਹਦਾ ਬਿਹੇਵੀਅਰ ਵੈਲ ਡਿਜ਼ਾਈਨ ਹੋਵੇ ਟੂ ਅਚੀਵ ਅ ਪ੍ਰੀ ਡਿਫਾਈਨਡ ਓਬਜੈਕਟਿਵ। ਆਪਣੇ ਕੋਲ ਪ੍ਰੀ ਡਿਫਾਈਨਡ ਓਬਜੈਕਟਿਵ ਹੁੰਦਾ ਜਦੋਂ ਆਪਾਂ ਸਿਸਟਮ ਤਿਆਰ ਕਰਦੇ ਹਾਂ। ਆਪਾਂ ਇੱਕ ਓਬਜੈਕਟਿਵ ਹੁੰਦਾ ਮਨ ਦੇ ਵਿੱਚ ਕਿ ਇਹ ਆਪਾਂ ਨੇ ਅਚੀਵ ਕਰਨਾ, ਉਸ ਨੂੰ ਅਚੀਵ ਕਰਨ ਲਈ ਉਹਦੀ ਸਟਰਕਚਰ ਅਤੇ ਉਹਦਾ ਬਿਹੇਵੀਅਰ ਆਪਾਂ ਸਾਰਾ ਡਿਜ਼ਾਈਨ ਕਰਦੇ ਹਾਂ। ਅਤੇ ਦੂਸਰਾ ਕੰਸਟਰੇਂਟ ਕੀ ਹੈ, ਇੰਟਰਕਨੈਕਟੀਵਿਟੀ ਐਂਡ ਇੰਟਰਡਿਪੈਂਡੈਂਸ ਮਸਟ ਐਗਜ਼ਿਸਟ, ਕਿ ਜੋ ਵੀ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਹਾਰਡਵੇਅਰ ਸੌਫਟਵੇਅਰ ਯੂਜ਼ ਕਰ ਰਹੇ ਹਾਂ ਉਹਨਾਂ ਕੰਪੋਨੈਂਟ ਦੇ ਵਿੱਚ ਇੰਟਰਕਨੈਕਟੀਵਿਟੀ ਆਪਸ ਵਿੱਚ ਜੁੜੇ ਹੋਣ ਅਤੇ ਇੱਕ ਦੂਜੇ 'ਤੇ ਡਿਪੈਂਡੈਂਟ ਹੋਣ, ਕਿ ਇੱਕ ਦੇ ਆਊਟਪੁੱਟ ਦੂਸਰੇ ਦੀ ਇਨਪੁੱਟ ਬਣ ਸਕੇ। ਅਤੇ ਤੀਸਰਾ ਜਿਹੜਾ ਆਪਣਾ ਕੰਸਟਰੇਂਟ ਹੁੰਦਾ ਹੈ, ਜਿਹੜਾ ਆਬਜੈਕਟਿਵ ਆਫ ਦਾ ਔਰਗਨਾਈਜੇਸ਼ਨ ਹੈਵ ਅ ਹਾਇਰ ਪ੍ਰਾਇਓਰਟੀ, ਕਿ ਜਿਹੜਾ ਆਪਣਾ ਆਬਜੈਕਟਿਵ ਹੁੰਦਾ ਆਪਾਂ ਸੋਚਿਆ ਹੋਇਆ ਕਿ ਮੇਨ ਆਪਣਾ ਆਬਜੈਕਟਿਵ ਕੀ ਹੈ, ਉਹਦੀ ਹਮੇਸ਼ਾ ਹਾਇਰ ਪ੍ਰਾਇਓਰਟੀ ਹੁੰਦੀ ਹੈ ਸਬ ਸਿਸਟਮ ਦੇ ਆਬਜੈਕਟਿਵ ਦੇ ਨਾਲੋਂ। ਕਿ ਉਹ ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਹੈ ਕਿ ਡਿਫਰੈਂਟ ਸਬ ਸਿਸਟਮ ਨੂੰ ਜੋੜ ਕੇ ਇੱਕ ਸਿਸਟਮ ਬਣਦਾ ਹੈ, ਕਿ ਸਬ ਸਿਸਟਮਾਂ ਦੇ ਨਾਲੋਂ ਜੋ ਕੋਮਨ ਜਿਹੜਾ ਲਾਸਟ ਆਬਜੈਕਟਿਵ ਆਪਣਾ ਨਿਕਲ ਕੇ ਆਊਗਾ ਉਹਦੀ ਜ਼ਿਆਦਾ ਆਪਣੀ ਪ੍ਰਾਇਓਰਟੀ ਹੋਊਗੀ। ਹੁਣ ਇਸ ਤੋਂ ਬਾਅਦ ਕਰੈਕਟਰਿਸਟਿਕਸ ਕੀ ਹੁੰਦੀਆਂ ਨੇ ਸਿਸਟਮ ਦੀਆਂ। ਸਿਸਟਮ ਦੇ ਵਿੱਚ ਜਦੋਂ ਕਰੈਕਟਰਿਸਟਿਕਸ ਦੀ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਔਰਗਨਾਈਜੇਸ਼ਨ ਆ ਜਾਂਦਾ, ਕਿ ਜੋ ਵੀ ਕੰਪੋਨੈਂਟ ਹੁੰਦਾ ਨਾ ਉਹ ਵੈਲ ਅਰੇਂਜ ਕੀਤੇ ਹੋਣ ਟੂ ਪ੍ਰੀ ਡਿਫਾਈਨਡ ਓਬਜੈਕਟਿਵ ਦੇ ਨਾਲ। ਕਿ ਜੋ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਜਦੋਂ ਪ੍ਰੀ ਡਿਟਰਮਾਈਨਡ ਆਪਣਾ ਓਬਜੈਕਟਿਵ ਹੁੰਦਾ ਉਹਨੂੰ ਅਚੀਵ ਕਰਨ ਵਾਸਤੇ ਕੰਪੋਨੈਂਟ ਪ੍ਰੋਪਰਲੀ ਅਰੇਂਜ ਹੋਣ। ਉਸ ਤੋਂ ਬਾਅਦ ਉਹਨਾਂ ਵਿੱਚ ਇੰਟਰੈਕਸ਼ਨ ਹੋਣੀ ਜ਼ਰੂਰੀ ਹੈ, ਕਿ ਇੱਕ ਕੰਪੋਨੈਂਟ ਦੂਸਰੇ ਦੇ ਨਾਲ ਇੰਟਰੈਕਟ ਕਰਦਾ ਹੋਵੇ। ਫਿਰ ਆਪਣੇ ਕੋਲ ਤੀਸਰਾ ਇੰਟਰਡਿਪੈਂਡੈਂਸ ਹੈ, ਕਿ ਹਰ ਇੱਕ ਕੰਪੋਨੈਂਟ ਹੈ ਜਿਹੜਾ ਇੱਕ ਦੂਜੇ 'ਤੇ ਡਿਪੈਂਡ ਹੁੰਦਾ। ਸਪੋਜ਼ ਆਊਟਪੁੱਟ ਆਫ ਇੱਕ ਸਿਸਟਮ ਦੀ ਸਬ ਸਿਸਟਮ ਜਿਹੜੀ ਆਊਟਪੁੱਟ ਹੈ ਦੂਸਰੇ ਸਬ ਸਿਸਟਮ ਦੀ ਇਨਪੁੱਟ ਬਣ ਜਾਂਦੀ ਹੁੰਦੀ ਹੈ। ਇਹਦੇ ਨਾਲ ਇੰਟਰਡਿਪੈਂਡੈਂਸ ਹੋ ਜਾਂਦੇ ਨੇ ਸਿਸਟਮ ਦੇ ਕੰਪੋਨੈਂਟਸ। ਫਿਰ ਇੰਟੀਗ੍ਰੇਸ਼ਨ ਦਾ ਮਤਲਬ ਜੋੜਨਾ, ਕਿ ਸਾਰੇ ਸਿਸਟਮ ਕੰਪੋਨੈਂਟਸ ਨੇ ਇੱਕ ਦੂਜੇ ਨਾਲ ਕਨੈਕਟਡ ਹੁੰਦੇ ਨੇ, ਜੁੜੇ ਹੋਏ ਹੁੰਦੇ ਨੇ, ਅਤੇ ਸਾਰੇ ਇਕੱਠੇ ਮਿਲ ਕੇ ਇੱਕ ਕੰਮ ਪਰਫੋਰਮ ਕਰਦੇ ਨੇ ਜਿਹੜਾ ਲਾਸਟ ਆਪਣਾ ਕੋਮਨ ਓਬਜੈਕਟਿਵ ਨਿਕਲ ਕੇ ਆਉਂਦਾ ਸਿਸਟਮ ਦੇ ਵਿੱਚੋਂ। ਇਸ ਤੋਂ ਬਾਅਦ ਸੈਂਟਰ ਓਬਜੈਕਟਿਵ, ਉਹੀ ਮੈਂ ਪਹਿਲਾਂ ਕਰ ਚੁੱਕਿਆ ਸੈਂਟਰ ਓਬਜੈਕਟਿਵ ਦੀ, ਕਿ ਪੂਰੇ ਸਿਸਟਮ ਨੂੰ ਜਦੋਂ ਆਪਾਂ ਕਨੈਕਟ ਕਰ ਲੈਂਦੇ ਹਾਂ ਉਹਨਾਂ ਦੇ ਵਿੱਚ ਜੋ ਲਾਸਟ 'ਤੇ ਆਊਟਪੁੱਟ ਆਉਂਦੀ ਹੈ ਉਹ ਆਪਣਾ ਕੋਮਨ ਓਬਜੈਕਟਿਵ ਹੁੰਦਾ, ਕਿ ਆਪਾਂ ਉਸ ਨੂੰ
ਜਿਹੜੀ ਵੀ ਚੀਜ਼ ਅਚੀਵ ਕਰਨਾ ਚਾਹੁੰਦੇ ਆ ਉਸ ਸਿਸਟਮ ਦੇ ਵਿੱਚੋਂ। ਜੇ ਆਪਾਂ ਤੁਸੀਂ ਸਿਸਟਮ ਦੀ ਡਾਇਗਰਾਮ ਦੇਖਦੇ ਹੋ ਕਿ ਸਿਸਟਮ ਦੇ ਵਿੱਚ ਤਿੰਨ ਚੀਜ਼ਾਂ ਹੀ ਮੇਨ ਹੁੰਦੀਆਂ ਨੇ ਕਿ ਇਨਪੁੱਟ ਹੋ ਗਈ, ਸਭ ਤੋਂ ਪਹਿਲਾਂ ਕੋਈ ਇਨਪੁੱਟ ਲਵਾਂਗੇ, ਉਹਦੇ ਬਾਅਦ ਉਹ ਇਨਪੁੱਟ ਨੂੰ ਆਪਾਂ ਪ੍ਰੋਸੈਸਿੰਗ ਨੂੰ ਪ੍ਰੋਸੈਸਰ ਦੇ ਥਰੂ ਪ੍ਰੋਸੈਸ ਕਰਾਂਗੇ ਅਤੇ ਉਸ ਤੋਂ ਬਾਅਦ ਉਸਦੀ ਆਊਟਪੁੱਟ ਹੋਊਗੀ। ਜਦੋਂ ਹੁਣ ਪ੍ਰੋਸੈਸਿੰਗ ਕਰਦੇ ਆ ਉਹਦੇ ਵਿੱਚ ਕੁਝ ਕੰਟਰੋਲਿੰਗ ਕੰਪੋਨੈਂਟ ਵੀ ਆ ਜਾਂਦੇ ਕਿ ਉਸਨੂੰ ਕਿਵੇਂ ਕੰਟਰੋਲ ਕਰਦੇ ਨੇ, ਠੀਕ ਹੈ। ਉਸ ਤੋਂ ਬਾਅਦ ਆਪਣੀ ਜੋ ਲਾਸਟ ਗੋਲ ਹੁੰਦਾ ਉਹ ਆਊਟਪੁੱਟ ਹੁੰਦੀ ਹੈ, ਉਹ ਆਊਟਪੁੱਟ ਆ ਜਾਂਦੀ ਹੈ। ਉਸ ਤੋਂ ਬਾਅਦ ਕਨੈਕਟਡ ਬਾਊਂਡਰੀ ਐਂਡ ਇੰਟਰਫੇਸਿਸ, ਮਤਲਬ ਕਿਸੇ ਦੂਸਰੇ ਸਬ ਸਿਸਟਮ ਨਾਲ ਕਨੈਕਟ ਕਰਨਾ ਹੋਵੇ ਤਾਂ ਉਹ ਬਾਊਂਡਰੀ ਐਂਡ ਇੰਟਰਫੇਸਿਸ ਦਾ ਪਾਰਟ ਆ ਜਾਂਦੇ ਨੇ। ਹੁਣ ਆਊਟਪੁੱਟ ਤੋਂ ਆਪਾਂ ਫੀਡਬੈਕ ਵੀ ਦੇ ਸਕਦੇ ਇਨਪੁੱਟ ਨੂੰ, ਅਤੇ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਬਣ ਜਾਂਦਾ ਸਿਸਟਮ ਦਾ, ਜੋ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਹੁਣ ਜਿਵੇਂ ਆਪਾਂ ਇਨਪੁੱਟ ਪੜ੍ਹਦੇ ਇਹਨਾਂ ਨੂੰ ਹੋਰ ਡਿਟੇਲ ਦੇ ਵਿੱਚ ਕਿ ਇਨਪੁੱਟ ਆਊਟਪੁੱਟ ਕੀ ਹੁੰਦੇ ਨੇ। ਇਨਪੁੱਟ ਆਊਟਪੁੱਟ ਕੀ ਕਹਿੰਦੇ, ਮੇਨ ਏਮ ਆਫ ਦਾ ਸਿਸਟਮ ਇਜ਼ ਟੂ ਪ੍ਰੋਡਿਊਸ ਐਨ ਆਊਟਪੁੱਟ, ਕਿ ਆਪਣਾ ਮੇਨ ਏਮ ਤਾਂ ਕੋਈ ਵੀ ਜਦੋਂ ਸਿਸਟਮ ਬਣਦਾ ਇੱਕ ਆਪਾਂ ਨੇ ਆਊਟਪੁੱਟ ਪ੍ਰੋਡਿਊਸ ਕਰਨੀ ਹੈ ਜਿਹੜੀ ਯੂਜ਼ਰ ਲਈ ਯੂਜ਼ਫੁਲ ਹੋਵੇ। ਅਤੇ ਇਨਪੁੱਟ ਕੀ ਹੁੰਦੀ ਹੈ, ਜੋ ਵੀ ਉਸ ਚੀਜ਼ ਨੂੰ ਪ੍ਰੋਸੈਸ ਕਰਨ ਵਾਸਤੇ, ਆਊਟਪੁੱਟ ਕੱਢਣ ਵਾਸਤੇ ਕੁਝ ਇਨਪੁੱਟਸ ਰਿਕੁਆਇਰਡ ਹੁੰਦੀਆਂ ਨੇ, ਜੋ ਉਸ ਇਨਪੁੱਟ ਜੇ ਸਪੋਜ਼ ਕਿ ਆਪਾਂ ਇੱਕ ਮੈਥ ਦਾ ਸਮ ਸੋਲਵ ਕਰਦੇ ਹਾਂ, ਬਹੁਤ ਸਿੰਪਲ ਐਗਜ਼ਾਮਪਲ ਆਪਾਂ ਲੈਂਦੇ ਹਾਂ ਕਿ 2 ਨੰਬਰ ਦਾ ਆਪਾਂ ਜੋੜ ਕਰਦੇ ਹਾਂ। ਜਦੋਂ 2 ਨੰਬਰ ਦਾ ਆਪਾਂ ਜੋੜ ਕਰਾਂਗੇ ਤਾਂ ਉਹਦੇ ਘੱਟੋ ਘੱਟ ਆਪਾਂ ਨੂੰ ਇਨਪੁੱਟਸ 2 ਨੰਬਰ ਚਾਹੀਦੇ ਹੋਵਾਂਗੇ, ਤਾਂ ਹੀ ਆਪਾਂ ਉਸਦੀ ਆਊਟਪੁੱਟ ਨਿਕਾਲ ਸਕਦੇ ਹਾਂ। ਇਸ ਕਰਕੇ ਇਨਪੁੱਟ ਆਪਾਂ ਸਿਸਟਮ ਦੇ ਵਿੱਚ ਐਂਟਰ ਕਰਦੇ ਹਾਂ, ਜੋ ਪ੍ਰੋਸੈਸ ਹੁੰਦੀ ਹੈ ਉਹ 2 ਨੰਬਰ A+B ਸਪੋਜ਼ 2+3 ਐਡ ਹੁੰਦੇ ਨੇ ਅਤੇ ਉਹਨਾਂ ਤੋਂ ਬਣ ਕੇ 5 ਆਉਂਦਾ, ਜਿਹੜੀ ਆਪਣੀ ਆਊਟਪੁੱਟ ਆ ਜਾਂਦੀ ਹੈ। ਇਹਨੂੰ ਆਪਾਂ ਆਊਟਪੁੱਟ ਬੋਲਦੇ ਨੇ। ਜੋ ਇਸ ਤੋਂ ਬਾਅਦ ਪ੍ਰੋਸੈਸਰ ਉਹੀ ਹੈ ਜੋ ਆਪਾਂ ਇਨਪੁੱਟ ਪ੍ਰੋਵਾਈਡ ਕੀਤੀ ਹੈ ਉਹਨਾਂ ਨੂੰ ਪ੍ਰੋਸੈਸ ਕਰਦਾ, ਉਸ ਇਨਫੋਰਮੇਸ਼ਨ ਨੂੰ ਪ੍ਰੋਸੈਸ ਕਰਦਾ ਅਤੇ ਡਿਜ਼ਾਇਰ ਰਿਜ਼ਲਟ ਕਰਦਾ ਅਕੋਰਡਿੰਗ ਟੂ ਪ੍ਰੋਸੈਸਿੰਗ। ਜੋ ਵੀ ਆਪਾਂ ਪ੍ਰੋਸੈਸਿੰਗ ਕਰਨੀ ਆ ਉਹਦੇ ਵਿੱਚ ਉਹਦੇ ਅਕੋਰਡਿੰਗਲੀ ਰਿਜ਼ਲਟ ਕਰਦਾ। ਫਿਰ ਆਪਣਾ ਇੱਕ ਕੰਟਰੋਲ ਪਾਰਟ ਹੈ, ਕੰਟਰੋਲ ਐਲੀਮੈਂਟ ਗਾਈਡ ਦਾ ਸਿਸਟਮ, ਕੀ ਗਾਈਡ ਕਰਦਾ ਕਿ ਪ੍ਰੋਸੈਸਿੰਗ ਕੀ ਕਰਨੀ ਹੈ, ਕੀ ਡਿਸੀਜ਼ਨ ਲੈਣੇ ਨੇ, ਜੇ ਇਹ ਰਿਜ਼ਲਟ ਆਉਂਦਾ ਤਾਂ ਆਪਾਂ ਨੇ ਕੀ ਕਰਨਾ ਹੈ, ਇਸ ਨੂੰ ਆਪਾਂ ਕੰਟਰੋਲਿੰਗ ਦੇ ਵਿੱਚ ਕਾਊਂਟ ਕਰਦੇ ਨੇ। ਅਤੇ ਫੀਡਬੈਕ ਜਦੋਂ ਆਪਣੇ ਆਊਟਪੁੱਟ ਆ ਜਾਂਦੀ ਹੈ ਤਾਂ ਉਸ ਆਊਟਪੁੱਟ ਨੂੰ ਆਪਾਂ ਦੁਬਾਰਾ ਇਨਪੁੱਟ ਵੱਲ ਭੇਜਦੇ ਹਾਂ ਕਿ ਦੇਖਣ ਵਾਸਤੇ ਇਹ ਕਿ ਫੀਡਬੈਕ, ਇਸ ਦੀ ਫੀਡਬੈਕ ਕੀ ਹੈ, ਇਹ ਸਿਸਟਮ ਆਪਾਂ ਨੂੰ ਕਿਸ ਤਰ੍ਹਾਂ ਦੀ ਆਊਟਪੁੱਟ ਦਿੰਦਾ ਹੈ। ਇਹ ਫੀਡਬੈਕ ਨੈਗੇਟਿਵ ਅਤੇ ਪੋਜ਼ੀਟਿਵ ਦੋਨੇ ਤਰ੍ਹਾਂ ਦੀ ਹੋ ਸਕਦੀ ਹੈ। ਅਤੇ ਇਨਵਾਇਰਮੈਂਟ ਜਦੋਂ ਸਿਸਟਮ ਦੇ ਆਸ-ਪਾਸ ਦੀ ਬਾਊਂਡਰੀਜ਼ ਅਤੇ ਇੰਟਰਫੇਸਿਸ ਨੂੰ ਆਪਾਂ ਇਨਵਾਇਰਮੈਂਟ ਕਹਿੰਦੇ ਨੇ, ਜਿਸ ਦੇ ਵਿੱਚ ਉਹ ਸਿਸਟਮ ਪਰਫੋਰਮ ਕਰਦਾ, ਇਸ ਨੂੰ ਆਪਾਂ ਉਸ ਸਿਸਟਮ ਦਾ ਇਨਵਾਇਰਮੈਂਟ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਆਪਣੇ ਕੁਛ ਆ ਜਾਂਦੇ ਟਾਈਪਸ ਆਫ ਸਿਸਟਮ, ਕਿ ਸਿਸਟਮ ਕਿਹੜੇ ਟਾਈਪ ਦੇ ਹੁੰਦੇ ਨੇ। ਸਭ ਤੋਂ ਪਹਿਲਾਂ ਜਿਹੜੀ ਟਾਈਪ ਹੈ ਉਹ ਫਿਜ਼ੀਕਲ ਔਰ ਅਬਸਟਰੈਕਟ ਸਿਸਟਮ ਦੇ ਵਿੱਚ ਡਿਵਾਈਡ ਕੀਤੀ ਹੈ। ਫਿਜ਼ੀਕਲ ਸਿਸਟਮ ਜਿਵੇਂ ਨਾਮ ਤੋਂ ਹੀ ਪਤਾ ਹੈਗਾ, ਫਿਜ਼ੀਕਲ ਮਤਲਬ ਇਹਨੂੰ ਟੈਂਜੀਬਲ ਐਂਟੀਟੀਜ਼ ਬੋਲਦੇ ਆ, ਜਿਹਨੂੰ ਆਪਾਂ ਟੱਚ ਕਰ ਸਕੀਏ, ਫਿਜ਼ੀਕਲ ਫੀਲ ਕਰ ਸਕੀਏ, ਟੱਚ ਕਰ ਸਕੀਏ, ਉਹ ਫਿਜ਼ੀਕਲ ਸਿਸਟਮ ਹੁੰਦੇ ਨੇ। ਜਿਵੇਂ ਡੈਸਕ, ਚੇਅਰ, ਠੀਕ ਹੈ, ਫਿਜ਼ੀਕਲ ਪਾਰਟ ਆਫ ਦਾ ਕੰਪਿਊਟਰ ਨੇ, ਜੋ ਕੰਪਿਊਟਰ ਦੇ ਕੁਛ ਪਾਰਟ ਨੇ, ਉਹ ਸਿਸਟਮ ਹੈ ਕੁਛ, ਠੀਕ ਹੈ, ਉਹਨੂੰ ਆਪਾਂ ਫਿਜ਼ੀਕਲ ਸਿਸਟਮ ਕੰਪਿਊਟਰ ਨੂੰ ਆਪਾਂ ਇੱਕ ਫਿਜ਼ੀਕਲ ਸਿਸਟਮ ਕਹਿ ਦਾਂਗੇ। ਅਤੇ ਅਬਸਟਰੈਕਟ ਸਿਸਟਮ ਦੇ ਵਿੱਚ ਨੋਨ ਫਿਜ਼ੀਕਲ ਐਂਟੀਟੀਜ਼ ਹੁੰਦੇ ਆ ਕਿ ਉਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ। ਉਹ ਕਿਸ ਤਰ੍ਹਾਂ ਦੀਆਂ ਹੋਣਗੀਆਂ, ਉਹ ਕੁਛ ਫਾਰਮੂਲਾ ਟਾਈਪ ਦੀਆਂ ਹੋਣਗੀਆਂ, ਕੋਈ ਮੋਡਲ ਹੋਊਗਾ ਰੀਅਲ ਸਿਸਟਮ ਦਾ, ਫਾਰਮੂਲੇਜ਼ ਹੋਣਗੇ, ਉਹਨਾਂ ਨੂੰ ਆਪਾਂ ਟੱਚ ਨਹੀਂ ਕਰ ਸਕਦੇ, ਸਿਰਫ ਸਮਝ ਸਕਦੇ ਹਾਂ, ਉਹਨਾਂ ਨੂੰ ਆਪਾਂ ਅਬਸਟਰੈਕਟ ਸਿਸਟਮ ਬੋਲ ਦਿੰਦੇ ਹਾਂ। ਅਤੇ ਦੂਸਰੀ ਟਾਈਪ ਆ ਜਾਂਦੀ ਸਿਸਟਮ ਦੀ ਓਪਨ ਔਰ ਕਲੋਜ਼ ਸਿਸਟਮ। ਓਪਨ ਸਿਸਟਮ ਦੇ ਵਿੱਚ ਕੀ, ਉਹ ਓਪਨ ਸਿਸਟਮ ਇਨਵਾਇਰਮੈਂਟ, ਜੋ ਆਪਾਂ ਨੇ ਗੱਲ ਕੀਤੀ ਇਨਵਾਇਰਮੈਂਟ ਨਾਲ ਇੰਟਰੈਕਟ ਕਰਦੇ ਨੇ, ਇਨਪੁੱਟ ਰਿਸੀਵ ਕਰਦੇ ਨੇ ਅਤੇ ਆਊਟਪੁੱਟ ਡਿਲੀਵਰ ਕਰਦੇ ਨੇ ਆਊਟਸਾਈਡ ਸਿਸਟਮ ਨੂੰ। ਇਹਦੀ ਐਗਜ਼ਾਮਪਲ ਕੀ ਹੈ, ਕੋਈ ਵੀ ਇਨਫੋਰਮੇਸ਼ਨ ਸਿਸਟਮ ਹੈ ਜਿਹੜਾ ਚੇਂਜਿੰਗ ਇਨਵਾਇਰਮੈਂਟ ਕੰਡੀਸ਼ਨ ਨੂੰ ਅਡੋਪਟ ਕਰਦਾ ਹੈ, ਠੀਕ ਹੈ, ਉਹ ਓਪਨ ਸਿਸਟਮ ਬਣ ਜਾਂਦਾ ਹੈ। ਕਲੋਜ਼ ਸਿਸਟਮ ਇਨਵਾਇਰਮੈਂਟ ਨਾਲ ਨਹੀਂ ਇੰਟਰੈਕਟ ਕਰਦਾ, ਕਿ ਕਲੋਜ਼ ਹੁੰਦਾ, ਆਪਣੇ ਆਪ ਦੇ ਵਿੱਚ ਹੁੰਦਾ, ਆਈਸੋਲੇਟਡ ਹੁੰਦਾ ਇਨਵਾਇਰਮੈਂਟ ਇਨਫਲੂਐਂਸ ਤੋਂ, ਇਸ ਕਰਕੇ ਆਪਾਂ ਨੂੰ ਉਸਦਾ ਨਾਮ ਕਲੋਜ਼ ਸਿਸਟਮ ਕਹਿੰਦੇ ਹਾਂ। ਤੀਸਰਾ ਜੋ ਆਪਣਾ ਸਿਸਟਮ ਹੈ ਅਡਾਪਟਿਵ ਐਂਡ ਨੋਨ ਅਡਾਪਟਿਵ ਸਿਸਟਮ। ਅਡਾਪਟਿਵ ਸਿਸਟਮ ਮਤਲਬ ਅਡਾਪਟ ਕਰਨਾ, ਕਿਸੇ ਵੀ ਇਨਵਾਇਰਮੈਂਟ ਨੂੰ ਅਡੋਪਟ ਕਰਨਾ। ਅਡੋਪਸ਼ਨ ਦਾ ਮਤਲਬ ਹੁੰਦਾ ਅਡੋਪਟਿਵ ਦਾ ਕਿ ਅਡਾਪਟ ਹੋ ਜਾਣਾ ਕਿਸੇ ਵੀ ਇਨਵਾਇਰਮੈਂਟ ਦੇ ਵਿੱਚ। ਇਸੇ ਨਾਮ ਤੋਂ ਹੀ ਆਪਾਂ ਕਹਿ ਸਕਦੇ ਕਿ ਜਿਹੜਾ ਸਿਸਟਮ ਇਨਵਾਇਰਮੈਂਟ ਦੇ ਚੇਂਜ ਦੇ ਨਾਲ ਆਪਦੇ ਅਡੋਪਟ ਕਰਦਾ ਹੈ, ਆਪਦੀ ਪਰਫੋਰਮੈਂਸ ਨੂੰ ਇੰਪਰੂਵ ਕਰਦਾ ਹੈ, ਠੀਕ ਹੈ, ਉਹ ਅਡੋਪਟਿਵ ਸਿਸਟਮ ਹੋ ਜਾਂਦੇ ਨੇ। ਜਿਵੇਂ ਐਨੀਮਲਸ ਅਤੇ ਹਿਊਮਨ ਬੀਇੰਗ ਇੱਕ ਤਰ੍ਹਾਂ ਦੇ ਅਡੋਪਟਿਵ ਸਿਸਟਮ ਨੇ, ਮਤਲਬ ਇਹਨਾਂ ਦਾ ਜੋ ਸਿਸਟਮ ਹੈ ਕਿ ਹਮੇਸ਼ਾ ਇਹ ਇਨਵਾਇਰਮੈਂਟ ਚੇਂਜ ਹੁੰਦਾ, ਸਦੀਆਂ ਤੋਂ ਆਪਣਾ ਇਨਵਾਇਰਮੈਂਟ ਚੇਂਜ ਹੁੰਦਾ ਆ ਰਿਹਾ। ਹਿਊਮਨ ਬੀਇੰਗ ਉਸ ਇਨਵਾਇਰਮੈਂਟ ਨੂੰ ਅਡੋਪਟ ਕਰਕੇ ਜਿੰਦਾ ਰਹਿਣ ਦੀ ਕੋਸ਼ਿਸ਼ ਕਰਦਾ, ਇਹ ਇੱਕ ਤਰ੍ਹਾਂ ਦਾ ਅਡੋਪਟਿਵ ਸਿਸਟਮ ਬਣ ਜਾਂਦਾ ਹੈ। ਇਹ ਜੋ ਆਪਾਂ ਸਿਸਟਮ ਪੜ੍ਹ ਰਹੇ ਹਾਂ ਕਾਫੀ ਜਨਰਲ ਪੜ੍ਹ ਰਹੇ ਹਾਂ ਕਿ ਸਿਸਟਮ ਕਿਸ ਤਰ੍ਹਾਂ ਦੇ ਹੁੰਦੇ ਨੇ। ਫਿਰ ਨੋਨ ਅਡੋਪਟਿਵ ਸਿਸਟਮ ਜਿਹੜਾ ਇਨਵਾਇਰਮੈਂਟ ਨੂੰ ਅਡੋਪਟ ਨਹੀਂ ਕਰ ਸਕਦਾ, ਜੋ ਮਤਲਬ ਉਸੀ ਤਰ੍ਹਾਂ ਪਰਫੋਰਮ ਕਰੇਗਾ ਹਰ ਇੱਕ ਇਨਵਾਇਰਮੈਂਟ ਦੇ ਵਿੱਚ, ਉਹ ਨੋਨ ਅਡੋਪਟਿਵ ਸਿਸਟਮ ਹੈ। ਇਹਦੇ ਵਿੱਚ ਮਸ਼ੀਨਸ ਹੈ, ਜਿਵੇਂ ਇੱਕ ਮਸ਼ੀਨ ਬਣ ਚੁੱਕੀ ਹੈ,
ਕੱਲ੍ਹ ਕੋਈ ਇਨਵਾਇਰਮੈਂਟ ਚੇਂਜ ਹੋ ਗਿਆ ਤਾਂ ਉਸ ਮਸ਼ੀਨ ਦੀ ਆਪਾਂ ਨੂੰ ਅਪਡੇਸ਼ਨ ਦ ਸੋਫਟਵੇਅਰ ਇੰਜੀਨੀਅਰਿੰਗ ਦੁਬਾਰਾ ਕਰਨੀ ਪਊਗੀ ਕਿ ਉਸ ਇਨਵਾਇਰਮੈਂਟ ਵਿੱਚ ਅਡੋਪਟ ਕਰਨ ਦੇ ਲਈ, ਅਦਰਵਾਈਜ਼ ਉਹ ਉਸ ਇਨਵਾਇਰਮੈਂਟ ਵਿੱਚ ਅਡੋਪਟ ਨਹੀਂ ਕਰ ਪਾਏਗਾ। ਚੌਥਾ ਹੈਗਾ ਪਰਮਾਨੈਂਟ ਅਤੇ ਟੈਂਪਰੇਰੀ ਸਿਸਟਮ। ਪਰਮਾਨੈਂਟ ਮਤਲਬ ਜੋ ਹਮੇਸ਼ਾ ਪਰਮਾਨੈਂਟਲੀ ਹੋਵੇ, ਹਮੇਸ਼ਾ ਰਵੇ, ਲੰਬੇ ਟਾਈਮ ਤੱਕ ਰਵੇ, ਉਹਨੂੰ ਆਪਾਂ ਕਹਿੰਦੇ ਹਾਂ ਪਰਮਾਨੈਂਟ ਸਿਸਟਮ। ਇਹਦੀ ਐਗਜ਼ਾਮਪਲ ਜਿਵੇਂ ਬਿਜ਼ਨਸ ਪੋਲਿਸੀਜ਼ ਹੋ ਗਈਆਂ, ਪਰਮਾਨੈਂਟਲੀ ਬਣ ਜਾਂਦੀਆਂ, ਕਾਫੀ ਦੇਰ ਤੱਕ ਜਦੋਂ ਤੱਕ ਉਹ ਬਿਜ਼ਨਸ ਚੱਲਦਾ ਹੈ ਕਿ ਉਹ ਪੋਲਿਸੀਜ਼ ਰਹਿੰਦੀਆਂ ਨੇ, ਇਹ ਪਰਮਾਨੈਂਟ ਸਿਸਟਮ। ਟੈਂਪਰੇਰੀ ਸਿਸਟਮ ਹੁੰਦਾ ਹੈ ਕੁਛ ਸਪੈਸੀਫਿਕ ਪੀਰੀਅਡ ਆਫ ਟਾਈਮ ਦੇ ਲਈ ਟੈਂਪਰੇਰੀ ਹੁੰਦਾ। ਇਸ ਦੇ ਵਿੱਚ ਕੀ ਹੈ, ਇਹ ਥੋੜ੍ਹੀ ਦੇਰ ਬਾਅਦ ਡਿਮੋਲਿਸ਼ ਹੋ ਜਾਂਦਾ, ਫਿਰ ਨਵਾਂ ਸਿਸਟਮ ਬਣ ਜਾਂਦਾ। ਜਿਵੇਂ ਮਿਊਜ਼ਿਕ ਸਿਸਟਮ ਸੈਟਅਪ ਆਫ ਪ੍ਰੋਗਰਾਮ, ਇਹ ਟੈਂਪਰੇਰੀ ਸਿਸਟਮ ਦੀ ਐਗਜ਼ਾਮਪਲ ਹੈ। ਪੰਜਵਾਂ ਜਿਹੜਾ ਸਿਸਟਮ ਹੈ ਆਪਣਾ ਨੇਚਰਲ ਐਂਡ ਮੈਨੂਫੈਕਚਰ ਸਿਸਟਮ। ਨੈਚੁਰਲ ਜਿਹੜਾ ਨੇਚਰ ਤੋਂ ਬਣਾ ਹੋਵੇ, ਜਿਹੜਾ ਨੇਚਰ ਦੇ ਅਕੋਰਡਿੰਗਲੀ ਕੰਮ ਕਰਦਾ ਹੋਵੇ, ਜਿਵੇਂ ਸੋਲਰ ਸਿਸਟਮ ਹੋ ਗਿਆ। ਆਪਾਂ ਸਿਸਟਮ ਕਹਿੰਦੇ ਹੁੰਦੇ, ਸੋਲਰ ਸਿਸਟਮ ਹੈ ਉਹ ਵੀ ਇੱਕ ਤਰ੍ਹਾਂ ਦਾ ਸਿਸਟਮ ਹੈ, ਇਹ ਨੇਚਰ ਦੁਆਰਾ ਬਣਾਇਆ ਗਿਆ, ਨੇਚਰ ਦੁਆਰਾ ਕ੍ਰੀਏਟ ਕੀਤਾ ਗਿਆ ਹੈ, ਇਹ ਆਪਾਂ ਨੇ ਨਹੀਂ ਕ੍ਰੀਏਟ ਕੀਤਾ, ਇਸ ਕਰਕੇ ਇਹਨੂੰ ਨੈਚੁਰਲ ਸਿਸਟਮ ਬੋਲਦੇ ਨੇ। ਦੂਸਰਾ ਹੈਗਾ ਮੈਨੂਫੈਕਚਰ ਸਿਸਟਮ। ਮੈਨੂਫੈਕਚਰ ਜੋ ਕਿਸੇ ਬੰਦੇ ਨੇ ਬਣਾਇਆ, ਮੈਨ ਮੇਡ ਸਿਸਟਮ ਵੀ ਬੋਲਦੇ ਨੇ ਇਹਨਾਂ ਨੂੰ। ਜਿਵੇਂ ਕੋਈ ਐਗਜ਼ਾਮਪਲ ਟ੍ਰੇਨਸ ਦੀ ਐਗਜ਼ਾਮਪਲ ਲੈ ਲਓ, ਠੀਕ ਹੈ, ਕਿ ਇਹ ਟ੍ਰੇਨ ਬੰਦਿਆਂ ਨੇ ਬਣਾਈ ਹੈ ਅਤੇ ਉਸ ਦੇ ਹਿਸਾਬ ਨਾਲ ਵਰਕ ਕਰਦੀਆਂ ਨੇ, ਇਹ ਮੈਨੂਫੈਕਚਰ ਸਿਸਟਮ ਹੋ ਗਿਆ। ਛੇਵਾਂ ਆ ਗਿਆ ਡਿਟਰਮਿਨਿਸਟਿਕ ਔਰ ਪ੍ਰੋਬਲਿਸਟਿਕ ਸਿਸਟਮ। ਡਿਟਰਮਿਨਿਸਟਿਕ ਜਿਹੜਾ ਡਿਟਰਮਾਈਨ ਕਰ ਸਕੀਏ, ਜਿਹਦੇ ਬਾਰੇ ਪਤਾ ਹੋਵੇ, ਪ੍ਰੈਡੀਕੇਟ ਮੈਨਰ ਹੋਵੇ, ਜਿਹਦਾ ਮਤਲਬ ਆਪਾਂ ਨੂੰ ਪ੍ਰੈਡਿਕਟਿਵ ਹੋਵੇ ਕਿ ਉਹਦਾ ਕੀ ਆਊਟਪੁੱਟ ਆਊਗੀ, ਉਹਨੂੰ ਆਪਾਂ ਡਿਟਰਮਿਨਿਸਟਿਕ ਸਿਸਟਮ ਬੋਲਦੇ ਨੇ। ਜਿਵੇਂ ਕਿ 2 ਮੋਲੀਕੂਲਸ ਆਫ ਹਾਈਡਰੋਜਨ 1 ਮੋਲੀਕੂਲ ਮੇਕ ਅ ਵਾਟਰ। ਜਿਵੇਂ ਆਪਾਂ ਨੂੰ ਪਤਾ ਹੀ ਇਹ ਕਿ 2 H2O ਹੁੰਦੀ ਹੈ, 2 ਮੋਲੀਕੂਲ ਹਾਈਡਰੋਜਨ ਅਤੇ 1 ਆਕਸੀਜਨ ਦਾ ਮੋਲੀਕੂਲ ਬਣ ਕੇ ਵਾਟਰ ਬਣਦਾ, ਇਹ ਇੱਕ ਤਰ੍ਹਾਂ ਦਾ ਡਿਟਰਮਿਨਿਸਟਿਕ ਸਿਸਟਮ ਹੈ। ਪ੍ਰੋਬਲਿਸਟਿਕ ਸਿਸਟਮ ਦੇ ਵਿੱਚ ਕੀ ਹੈ, ਅਨਸਰਟੇਨ ਬਿਹੇਵੀਅਰ ਹੁੰਦਾ ਕਿ ਉਹਦਾ ਪਤਾ ਨਹੀਂ ਹੁੰਦਾ, ਆਪਾਂ ਉਸ ਸਿਸਟਮ ਨੂੰ ਬਣਾ ਰੱਖਿਆ, ਆਊਟਪੁੱਟ ਵੀ ਆਉਂਦੀ ਹੈ ਪਰ ਫਿਰ ਵੀ ਐਗਜ਼ੈਕਟ ਨਹੀਂ ਪਤਾ ਹੁੰਦਾ ਕਿ ਇਹੀ ਆਊਗਾ। ਉਹਦੇ ਵੀ ਐਗਜ਼ਾਮਪਲ ਕੀ ਹੈ, ਜਿਵੇਂ ਵੈਦਰ ਫੋਰਕਾਸਟਿੰਗ। ਵੈਦਰ ਫੋਰਕਾਸਟਿੰਗ ਦੇ ਸਿਸਟਮ ਬਣੇ ਹੋਏ ਨੇ, ਜਦੋਂ ਕੋਈ ਆਪਾਂ ਪ੍ਰੈਡਿਕਟ ਕਰ ਦਿੰਦੇ ਹਾਂ ਕਿ ਇਸ ਦਿਨ ਮੀਂਹ ਪਊਗਾ, ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਉਸ ਦਿਨ ਮੀਂਹ ਪਵੇ ਹੀ, ਠੀਕ ਹੈ, ਇਹਨੂੰ ਆਪਾਂ ਬੋਲਦੇ ਨੇ ਪ੍ਰੋਬਲਿਸਟਿਕ ਸਿਸਟਮ। ਫਿਰ ਸੱਤਵਾਂ ਆਪਣੇ ਆ ਜਾਂਦਾ ਸੋਸ਼ਲ, ਹਿਊਮਨ ਮਸ਼ੀਨ ਅਤੇ ਮਸ਼ੀਨ ਸਿਸਟਮ। ਇਹ ਤਿੰਨ ਤਰੀਕੇ 'ਚ ਡਿਵਾਈਡ ਕੀਤਾ। ਸੋਸ਼ਲ ਜਿਹੜਾ ਪੀਪਲ ਦੇ ਲਈ ਬਣਿਆ ਹੁੰਦਾ, ਸੋਸ਼ਲੀ ਕਹਿੰਦਾ ਸੋਸ਼ਲੀ ਬਣੇ, ਸੋਸ਼ਲ ਸਿਸਟਮ ਪੀਪਲ ਵਾਸਤੇ ਬਣਿਆ, ਜਿਵੇਂ ਸੋਸ਼ਲ ਕਲੱਬਸ ਹੋ ਗਏ, ਠੀਕ ਹੈ, ਜਿਹੜੇ ਕਿਸੇ ਵੀ ਲੋਕਾਂ ਵਾਸਤੇ ਆਪਾਂ ਕੋਈ ਸਿਸਟਮ ਬਣਿਆ ਹੁੰਦਾ ਉਹਨੂੰ ਸੋਸ਼ਲ ਸਿਸਟਮ ਕਹਿੰਦੇ ਨੇ। ਹਿਊਮਨ ਮਸ਼ੀਨ ਸਿਸਟਮ 'ਚ ਹਿਊਮਨ ਅਤੇ ਮਸ਼ੀਨ ਦੋਨੇ ਇਨਵੋਲਵ ਹੋਣ, ਉਹ ਆਪਾਂ ਹਿਊਮਨ ਅਤੇ ਮਸ਼ੀਨ ਸਿਸਟਮ ਬੋਲ ਦਿੰਦੇ ਨੇ। ਜਿਵੇਂ ਕੰਪਿਊਟਰ ਪ੍ਰੋਗਰਾਮਿੰਗ, ਕਿ ਮਸ਼ੀਨ ਵੀ ਯੂਜ਼ ਹੁੰਦੀ ਹੈ ਪ੍ਰੋਗਰਾਮਿੰਗ ਕਰਨ ਵਾਸਤੇ, ਅਤੇ ਪ੍ਰੋਗਰਾਮ ਲਿਖਣ ਵਾਸਤੇ ਆਪਾਂ ਨੂੰ ਹਿਊਮਨ ਦੀ ਵੀ ਜ਼ਰੂਰਤ ਪੈਂਦੀ ਹੈ, ਜਿਹੜਾ ਪ੍ਰੋਗਰਾਮਰ ਉਹਨੂੰ ਪ੍ਰੋਗਰਾਮ ਲਿਖੂਗਾ, ਤਾਂ ਆਪਾਂ ਇਹਨੂੰ ਹਿਊਮਨ ਮਸ਼ੀਨ ਸਿਸਟਮ ਬੋਲ ਦਿੰਦੇ ਹਾਂ। ਫਿਰ ਆਪਣੇ ਕੋਲ ਆ ਜਾਂਦਾ ਮਸ਼ੀਨ ਸਿਸਟਮ। ਇਸ ਦੇ ਵਿੱਚ ਮਸ਼ੀਨ ਹੀ ਪਰਫੋਰਮ ਕਰਦੀ ਹੈ ਇਕੱਲੀ, ਠੀਕ ਹੈ। ਇਹਦੇ ਐਗਜ਼ਾਮਪਲ ਕੀ ਹੈ, ਜਿਵੇਂ ਰੋਬੋਟ ਇੱਕ ਮਸ਼ੀਨ ਹੈ, ਉਹ ਮਸ਼ੀਨ ਪਰਫੋਰਮ ਕਰੂਗੀ ਜੋ ਵੀ ਉਹਨੇ ਕੰਮ ਕਰਨੇ ਨੇ, ਆਪਾਂ ਉਹਨੂੰ ਬੋਲ ਦਾਂਗੇ ਮਸ਼ੀਨ ਸਿਸਟਮ। ਫਿਰ ਆਪਣੇ ਕੋਲ ਆ ਜਾਂਦਾ ਮੈਨ ਮੇਡ ਇਨਫੋਰਮੇਸ਼ਨ ਸਿਸਟਮ। ਮੈਨ ਮੇਡ ਇਨਫੋਰਮੇਸ਼ਨ ਸਿਸਟਮ ਆਪਾਂ ਪਹਿਲਾਂ ਵੀ ਜਿਵੇਂ ਟ੍ਰੇਨ ਦੀ ਐਗਜ਼ਾਮਪਲ ਕੀਤੀ ਹੈ ਕਿ ਜਿਹੜਾ ਸਿਸਟਮ ਆਦਮੀ ਦੁਆਰਾ ਬਣਾਇਆ ਗਿਆ ਹੈ ਉਹ ਮੈਨ ਮੇਡ ਸਿਸਟਮ ਹੈ। ਇਹਦੇ ਵਿੱਚ ਕੀ ਹੈ, ਹਾਰਡਵੇਅਰ, ਸੋਫਟਵੇਅਰ, ਡੇਟਾ ਸਾਰਾ ਕੁਛ ਯੂਜ਼ ਹੁੰਦਾ ਹੈ, ਠੀਕ ਹੈ। ਇਹ 3 ਟਾਈਪ ਦੇ ਹੁੰਦੇ ਨੇ, ਇਹਨਾਂ ਨੂੰ ਕੈਟੇਗਰਾਈਜ਼ ਕੀਤਾ ਗਿਆ 3 ਟਾਈਪਸ ਦੇ ਵਿੱਚ। ਪਹਿਲੇ ਫੋਰਮਲ ਇਨਫੋਰਮੇਸ਼ਨ ਸਿਸਟਮ, ਦੂਸਰਾ ਇਨਫੋਰਮਲ ਇਨਫੋਰਮੇਸ਼ਨ ਸਿਸਟਮ, ਤੀਸਰਾ ਕੰਪਿਊਟਰ ਬੇਸ ਸਿਸਟਮ। ਫੋਰਮਲ ਇਨਫੋਰਮੇਸ਼ਨ ਦੇ ਵਿੱਚ ਕੀ ਹੈ, ਫਲੋ ਆਫ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਇੱਕ ਫੋਰਮਸ ਦੇ ਵਿੱਚ ਹੁੰਦੀ ਹੈ, ਇੰਸਟਰਕਸ਼ਨਸ ਦੇ ਵਿੱਚ ਹੁੰਦੀ ਹੈ, ਇੱਕ ਫੋਰਮਲ ਤਰੀਕਾ ਹੁੰਦਾ ਹੈ। ਅਤੇ ਇਨਫੋਰਮਲ ਦੇ ਵਿੱਚ ਕੀ ਹੈ, ਜਿਵੇਂ ਡੇ ਟੂ ਵਰਕ ਜਿਹੜੀ ਪ੍ਰੋਬਲਮ ਹੁੰਦੀ ਹੈ ਉਹਦੇ ਬੇਸ 'ਤੇ ਹੁੰਦਾ, ਕੋਈ ਵੀ ਇਨਫੋਰਮਲ ਸਿਸਟਮ ਬੋਲਿਆ ਜਾਂਦਾ। ਕੰਪਿਊਟਰ ਬੇਸ ਸਿਸਟਮ ਕੀ ਹੈ, ਹਮੇਸ਼ਾ ਡਿਪੈਂਡ ਕਰਦਾ ਡਾਇਰੈਕਟਲੀ ਕੰਪਿਊਟਰ ਦੇ ਉੱਤੇ, ਜਿਵੇਂ ਫਾਰ ਮੈਨੇਜਿੰਗ ਬਿਜ਼ਨਸ ਐਪਲੀਕੇਸ਼ਨ। ਬਿਜ਼ਨਸ ਐਪਲੀਕੇਸ਼ਨ ਮੈਨੇਜ ਕੰਪਿਊਟਰ ਮੈਨੇਜ ਕਰੂ ਉਹਨਾਂ ਨੂੰ, ਜਿਵੇਂ ਰੇਲਵੇ ਰਿਜ਼ਰਵੇਸ਼ਨ ਸਿਸਟਮ ਹੋਇਆ, ਇਸ ਦੀ ਐਗਜ਼ਾਮਪਲ ਹੈ। ਇਹ ਕੰਪਿਊਟਰ ਬੇਸ ਸਿਸਟਮ ਹੈ ਕਿ ਸਾਰਾ ਕੰਮ ਕੰਪਿਊਟਰ 'ਤੇ ਹੁੰਦਾ, ਰੇਲਵੇ ਰਿਜ਼ਰਵੇਸ਼ਨ ਕੰਪਿਊਟਰ ਬੇਸ ਸਿਸਟਮ ਬਣ ਜਾਂਦਾ ਇੱਕ ਤਰ੍ਹਾਂ ਦਾ। ਹੁਣ ਇਹ ਸਾਰੇ ਜੋ ਆਪਾਂ ਨੇ 8 ਤਰ੍ਹਾਂ ਦੇ ਸਿਸਟਮਸ ਪੜ੍ਹੇ ਨੇ, ਡਿਫਰੈਂਟ ਸਿਸਟਮਸ ਪੜ੍ਹੇ ਨੇ, ਕਿਸ ਤਰ੍ਹਾਂ ਦੇ ਸਿਸਟਮ ਹੁੰਦੇ ਨੇ, ਜਨਰਲ ਸਿਸਟਮ ਕੀ ਹੁੰਦੇ ਨੇ, ਸਾਰਿਆਂ ਬਾਰੇ ਆਪਾਂ ਨੂੰ ਨੌਲੇਜ ਗੇਨ ਕੀਤੀ ਹੈ। ਇਸ ਤੋਂ ਬਾਅਦ ਜੋ ਆਪਾਂ ਕੁਛ ਸਿਸਟਮਸ ਮੋਡਲ ਬਾਰੇ ਦੇਖਾਂਗੇ, ਸਿਸਟਮ ਮੋਡਲ ਕੀ ਹੁੰਦੇ ਨੇ। ਸਿਸਟਮ ਮੋਡਲ ਦੇ ਵਿੱਚ ਕੀ, ਜਿਹੜਾ ਮੋਡਲ ਹੁੰਦਾ, ਜਿਵੇਂ ਸਭ ਤੋਂ ਪਹਿਲਾਂ ਸੀਮੈਟਿਕ ਮੋਡਲ ਬੋਲਿਆ ਗਿਆ। ਸੀਮੈਟਿਕ ਮੋਡਲ ਦੇ ਵਿੱਚ ਜਦੋਂ ਕੋਈ ਆਪਾਂ ਉਸ ਚੀਜ਼ ਨੂੰ ਕਹਿੰਦੇ ਹਾਂ ਕਿ ਇਸ ਬੇਸ 'ਤੇ ਕੋਈ ਸਿਸਟਮ ਬਣੂਗਾ, ਇਸ ਮੋਡਲ 'ਤੇ ਕੋਈ ਸਿਸਟਮ ਬਣੂਗਾ, ਠੀਕ ਹੈ। ਆਪਾਂ ਉਸ ਹਿਸਾਬ ਨਾਲ ਕੈਟੇਗਰੀ ਕੀਤਾ ਹੋ ਗਿਆ ਮੋਡਲਸ ਨੂੰ, ਇਹ ਸਿਸਟਮ ਦੇ ਮੋਡਲਸ ਨੂੰ। ਪਹਿਲਾ ਸੀਮੈਟਿਕ ਮੋਡਲਸ ਹੈ। ਸੀਮੈਟਿਕ ਮੋਡਲ ਦੇ ਵਿੱਚ ਕਿ 2D ਚਾਰਟਸ ਹੁੰਦੇ ਨੇ, ਜਿਹਦੇ ਵਿੱਚ ਐਲੀਮੈਂਟਸ
ਲਿੰਕ ਹੁੰਦੇ ਨੇ ਇੱਕ ਦੂਸਰੇ ਨਾਲ। ਆਪਣਾ ਜਿਵੇਂ ਚਾਰਟ ਬਣਿਆ ਹੁੰਦਾ, ਡਿਫਰੈਂਟ ਐਰੋ ਯੂਜ਼ ਕੀਤੇ ਜਾਂਦੇ ਨੇ ਇਨਫੋਰਮੇਸ਼ਨ ਫਲੋ ਅਤੇ ਮਟੀਰੀਅਲ ਫਲੋ ਅਤੇ ਫੀਡਬੈਕ ਵਾਸਤੇ, ਠੀਕ ਹੈ। ਉਹਨੂੰ ਆਪਾਂ ਬੋਲਦੇ ਨੇ ਸੀਮੈਟਿਕ ਮੋਡਲ। ਫਿਰ ਆਪਣੇ ਕੋਲ ਆ ਜਾਂਦਾ ਫਲੋ ਸਿਸਟਮ ਮੋਡਲ। ਫਲੋ ਸਿਸਟਮ ਦਾ ਮਤਲਬ 'ਚ ਕੀ ਹੈ, ਇਹਦਾ ਫਲੋ ਕੀ ਹੈ। ਇਹ ਮੋਡਲ ਆਪਾਂ ਨੂੰ ਦੱਸਦਾ ਕੋਈ ਵੀ ਚੀਜ਼ਾਂ ਚੱਲ ਰਹੀ ਹੈ, ਜਿਹੜਾ ਮਟੀਰੀਅਲ ਹੈ, ਆਪਣੇ ਜਿਹੜੇ ਰਿਸੋਰਸਿਸ ਹੈ, ਉਹਨਾਂ ਦਾ ਆਰਡਰਲੀ ਫਲੋ ਕੀ ਹੈ, ਠੀਕ ਹੈ। ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੋਲਡ ਕਰਦੇ ਨੇ, ਇਹਨਾਂ ਸਿਸਟਮਾਂ ਨੂੰ ਕਹਿੰਦੇ ਨੇ ਫਲੋ ਸਿਸਟਮ ਮੋਡਲ, ਕਿ ਜਿਹੜਾ ਆਪਾਂ ਨੂੰ ਫਲੋ ਦੱਸਦਾ। ਫਿਰ ਆਪਣੇ ਕੋਲ ਤੀਸਰਾ ਆ ਜਾਂਦਾ ਸਟੈਟਿਕ ਸਿਸਟਮ ਮੋਡਲ। ਇਹ ਸਟੈਟਿਕ ਸਿਸਟਮ ਮੋਡਲ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੁੰਦੀ ਹੈ, ਇਹ ਕਿਸੇ ਵੀ ਪੇਅਰ ਦੇ ਵਿੱਚ ਰਿਲੇਸ਼ਨਸ਼ਿਪ ਹੁੰਦੀ ਹੈ। ਜਿਵੇਂ ਦੀ ਐਗਜ਼ਾਮਪਲ ਐਕਟੀਵਿਟੀ ਟਾਈਮ ਚਾਰਟ ਹੁੰਦੇ ਨੇ ਆਪਣੇ, ਕੋਸਟ, ਕੁਆਲਿਟੀ, ਕੁਆਂਟਿਟੀ, ਇਹ ਸਾਰੀ ਰਿਲੇਸ਼ਨਸ਼ਿਪ ਨੂੰ ਜਿਹੜਾ ਡਿਸਕਰਾਈਬ ਕਰਦਾ, ਉਹਨਾਂ ਨੂੰ ਆਪਾਂ ਸਟੈਟਿਕ ਸਿਸਟਮ ਬੋਲਦੇ ਨੇ। ਫਿਰ ਆਪਣੇ ਕੋਲ ਆ ਜਾਂਦਾ ਡਾਇਨਾਮਿਕ ਸਿਸਟਮ ਮੋਡਲ। ਇਸ ਦੇ ਵਿੱਚ ਕੀ ਹੁੰਦਾ ਕਿ ਸਾਰਾ ਜੋ ਕੰਮ ਹੁੰਦਾ ਡਾਇਨਾਮਿਕਲੀ ਕੰਮ ਹੁੰਦਾ। ਡਾਇਨਾਮਿਕਲੀ ਦਾ ਕੀ ਮਤਲਬ ਹੈ, ਜੋ ਆਪਾਂ ਨੋਰਮਲ ਸਿਸਟਮ ਬੋਲਦੇ ਹਾਂ ਉਹ ਡਾਇਨਾਮਿਕ ਸਿਸਟਮ ਬੋਲਦੇ ਨੇ, ਕਿ ਜਿਹਦੇ ਵਿੱਚ ਇਨਪੁਟ ਹੁੰਦੀ ਹੈ, ਇਨਪੁਟ ਐਂਟਰ ਕਰਾਉਂਦੇ ਆ, ਫਿਰ ਪ੍ਰੋਸੈਸਰ ਉਸ ਇਨਪੁਟ ਨੂੰ ਪ੍ਰੋਸੈਸ ਕਰਦਾ, ਇਨਫੋਰਮੇਸ਼ਨ ਗੇਨ ਕਰਦਾ ਕਿ ਉਸ ਕੀ ਆਊਟਪੁੱਟ ਆਉਣੀ ਚਾਹੀਦੀ ਹੈ। ਉਸ ਤੋਂ ਬਾਅਦ ਆਪਣੀ ਆਊਟਪੁੱਟ ਪ੍ਰੋਡਿਊਸ ਹੁੰਦੀ ਹੈ, ਉਸ ਪ੍ਰੋਸੈਸਿੰਗ ਤੋਂ ਬਾਅਦ ਉਹਨੂੰ ਆਪਾਂ ਡਾਇਨਾਮਿਕ ਸਿਸਟਮ ਬੋਲਦੇ ਹਾਂ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਧੰਨਵਾਦ।